ਵਾਹਿਗੁਰੂ ਜੀ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਸਾਰੀਆਂ ਸੰਗਤਾਂ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਈਆਂ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 19 ਅਤੇ 20 ਦਸੰਬਰ ਦੀ ਰਾਤ ਨੂੰ ਸਾਰੀਆਂ ਫੌਜਾਂ ਦੇ ਸਮੇਤ ਇੱਕ ਦਿਨ ਪਹਿਲਾਂ ਸਤਿਗੁਰੂ ਨੇ ਪਰਖਣ ਵਾਸਤੇ ਬਾਹਰ ਭੇਜੇ ਸਨ। ਗੱਡਿਆਂ ਦੇ ਉੱਤੇ ਬਹੁਤ ਸਾਰੀਆਂ ਇੱਟਾਂ ਰੋੜੇ ਪਾ ਕੇ, ਥੈਲਿਆਂ ਦੇ ਵਿੱਚ ਪੁਰਾਣੀਆਂ ਚੀਜ਼ਾਂ, ਉਹਨਾਂ ਤੇ ਲਿਸ਼ਕਣੇ ਜਿਹੇ ਕੱਪੜੇ ਪਾ ਕੇ ਦਿਖਾਇਆ ਸੀ ਸਿੰਘਾਂ ਨੂੰ, ਮਾਤਾ ਜੀ ਨੂੰ ਵੀ, ਜਿਹੜੇ ਕਹਿੰਦੇ ਸੀ ਕਿ ਤੁਸੀਂ ਗੱਲ ਨਹੀਂ ਮੰਨਦੇ। ਉਹ ਕਹਿੰਦੇ ਤੁਸੀਂ ਜੇ ਚਲੇ ਜਾਓ ਫਿਰ ਅਸੀਂ ਤੁਹਾਡੇ ਨਾਲ ਲੜਦੇ ਨਹੀਂ। ਮਹਾਰਾਜ ਕਹਿੰਦੇ ਧੋਖਾ, ਤੁਹਾਨੂੰ ਨਹੀਂ ਪਤਾ ਇਹ ਧੋਖਾ ਹੋਣਾ ਹੈ। ਬਾਹਰ ਨਿਕਲਦੇ ਹੀ ਟੁੱਟ ਕੇ ਪੈ ਜਾਣਾ, ਉਹਨਾਂ ਨੇ ਸਾਰੇ ਮਾਰ ਦੇਣੇ ਨੇ, ਸਮਾਨ ਲੁੱਟ ਲੈਣਾ। ਇਹ ਗੱਲਾਂ ਹੀ ਨਹੀਂ ਉਹਨਾਂ ਦੀਆਂ, ਵਿਸ਼ਵਾਸ ਨਾ ਕਰੋ। ਕਹਿੰਦੇ ਨਹੀਂ ਮਹਾਰਾਜ ਜੀ, ਇੰਨੀਆਂ ਸੌਹਾਂ ਖਾਧੀਆਂ, ਐਵੇਂ ਨਹੀਂ ਖਾਧੀਆਂ, ਕਸਮਾਂ ਖਾਧੀਆਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਚੰਗਾ ਇੱਕ ਤਮਾਸ਼ਾ ਜਿਹਾ ਤੁਹਾਨੂੰ ਦਿਖਾ ਦਿੰਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਗੱਡੇ ਜਿਹੜੇ ਸਨ ਬੈਲਾਂ ਵਾਲੇ, ਉਹਨਾਂ ਦੇ ਉੱਤੇ ਸਾਰੀਆਂ ਚੀਜ਼ਾਂ ਪਾ ਕੇ, ਲਿਸ਼ਕਣੇ ਕੱਪੜੇ ਪਾ ਕੇ ਉਹ ਬੈਲ ਕਿਲੇ ਤੋਂ ਬਾਹਰ ਕੱਢ ਦਿੱਤੇ, ਮਸ਼ਾਲਾਂ ਉੱਤੇ ਬੰਨ੍ਹ ਕੇ। ਅੱਗ ਦੀਆਂ ਮਸ਼ਾਲਾਂ ਨਾਲ ਉਹ ਕੱਪੜੇ ਬਹੁਤੇ ਲਿਸ਼ਕਦੇ ਸਨ ਰਾਤ ਨੂੰ। ਜਦੋਂ ਕਾਫੀ ਦੂਰ ਇਹ 50 ਜਾਂ 100 ਗੱਡਾ ਬਾਹਰ ਨਿਕਲਿਆ, ਉਸ ਵਕਤ ਕੁਝ ਬਜ਼ੁਰਗ ਸਿੰਘ ਨਾਲ ਭੇਜੇ ਸਨ। ਕਹਿੰਦੇ ਆਪਣੀ ਤਸੱਲੀ ਕਰ ਲਓ। ਇੱਕਦਮ ਟੁੱਟ ਕੇ ਪੈ ਗਏ ਸਾਰੇ, ਅਤੇ ਸਾਰੇ ਸਿੰਘ ਸ਼ਹੀਦ ਕਰ ਦਿੱਤੇ। ਤੇ ਬੈਲਾਂ ਦੇ ਗੱਡਿਆਂ ਦੇ ਵਿੱਚ ਜਿਹੜੇ ਬੋਰੀਆਂ ਵਿੱਚ ਲੱਦੇ ਸੀ ਚੀਜ਼ਾਂ, ਪੁਰਾਣੀਆਂ ਜੁੱਤੀਆਂ, ਹੱਡ ਹੁੱਡ ਜੇ, ਤੇ ਹੋਰ ਇੱਟਾਂ ਰੋੜੇ ਪੁਰਾਣੇ, ਲੱਕੜਾਂ ਪੁਰਾਣੀਆਂ, ਕੂੜ ਕਬਾੜ ਸਾਰਾ ਚੁੱਕ ਕੇ ਲੈ ਗਏ। ਕੋਈ ਕਹੇ ਚ ਸੋਨਾ ਹੈ, ਕੋਈ ਕਹੇ ਚਾਂਦੀ ਹੈ, ਇਹ ਮੈਂ ਲਊਂਗਾ। ਜਿੱਥੇ ਅੰਦਰ ਤੰਬੂਆਂ ਚ ਪੂਜਾ ਸਥਾਨ ਬਣਾਏ ਉੱਥੇ ਲੁਕੋਲ ਕੋ ਬੋਰੀਆਂ ਰੱਖ ਲਈਆਂ। ਕੋਈ ਕਹੇ ਮੈਂ ਮਾਲਾ ਮਾਲ ਹੋ ਗਿਆ, ਅੱਜ ਮੈਂ ਬਸ ਹੁਣ ਨੌਕਰੀ ਛੱਡ ਦੇਣੀ ਆ, ਹੁਣ ਤਾਂ ਇਹ ਚ ਕਰੋੜਾਂ ਰੁਪਏ ਦਾ ਸਮਾਨ ਹੈ। ਜਦ ਉਹ ਖੋਲਿਆ ਜਾ ਕੇ ਤਾਂ ਕੁਝ ਹੋਰ ਹੀ ਨਿਕਲਿਆ। ਮਹਾਰਾਜ ਨੇ ਦਿਖਾਇਆ ਵੀ ਇਹ ਧੋਖਾ ਹੋ ਜਾਣਾ, ਨਾ ਜਾਓ। ਪਰ ਹੋਣੀ ਹੈ, ਵਿਧੀ ਹੈ, ਪਰਮਾਤਮਾ ਦਾ ਪਤਾ ਨਹੀਂ ਕੀ ਹੁਕਮ ਹੈ। ਫੇਰ ਵੀ 660 ਜਾਣੇ ਬਦਾਵਾ ਦੇ ਕੇ ਚਲੇ ਗਏ। ਰੋਪੜ ਤੱਕ ਜਾਂਦਿਆਂ ਜਾਂਦਿਆਂ ਸਾਰੇ ਹੀ ਸ਼ਹੀਦ ਹੋ ਗਏ। ਔਰ ਮਹਾਰਾਜ ਸੱਚੇ ਪਾਤਸ਼ਾਹ ਨਾਲ 40 ਸਿੰਘ ਚਮਕੌਰ ਸਾਹਿਬ ਤੱਕ ਪਹੁੰਚੇ। ਸੋ ਮਹਾਰਾਜ ਨੇ ਰਸਤੇ ਵਿੱਚ ਇੱਕ ਸਥਾਨ ਪੈਂਦਾ 9ਵੇਂ ਪਾਤਸ਼ਾਹ ਦਾ, ਉੱਥੇ ਗੁਰਦੁਆਰਾ ਸੰਗਤਪੁਰਾ ਸ਼ਾਇਦ ਉਹਦਾ ਨਾਮ ਹੈ। ਉੱਥੇ ਖੜ ਕੇ ਸਤਿਗੁਰੂ ਮਹਾਰਾਜ ਨੇ ਪੁੱਛਿਆ ਭਾਈ ਅਜੀਤ ਸਿੰਘ ਕਿੱਥੇ ਨੇ ਰਾਤ ਦੇ ਸਮੇਂ। ਕਹਿੰਦੇ ਜੀ ਉਹ ਤਾਂ ਪਿੱਛੇ ਤੁਰਕਾਂ ਨੂੰ ਕੱਲਿਆਂ ਨੇ ਰੋਕਿਆ ਹੋਇਆ। ਮਹਾਰਾਜ ਕਹਿੰਦੇ ਉਹਨਾਂ ਦਾ ਸ਼ਹੀਦੀ ਸਥਾਨ ਚਮਕੌਰ ਸਾਹਿਬ ਆ, ਉਹਨਾਂ ਨੂੰ ਉੱਥੇ ਸ਼ਹੀਦੀ ਪਾਉਣੀ ਆ। ਭਾਈ ਉਦੇ ਸਿੰਘ ਨੂੰ ਹੁਕਮ ਕੀਤਾ ਤੁਸੀਂ ਇੱਥੇ ਰੋਕੋ ਸਾਰਿਆਂ ਨੂੰ, ਤੁਹਾਡੀ ਸ਼ਹੀਦੀ ਇੱਥੇ ਹੋਵੇਗੀ। ਭਾਈ ਉਦੇ ਸਿੰਘ ਨੇ, ਜਿੱਥੇ ਇੰਨਾ ਸਰੀਰਕ ਬਲ ਸੀ, ਉੱਥੇ ਨਾਲ ਬ੍ਰਹਮ ਗਿਆਨ ਵੀ ਸੀ। ਬ੍ਰਹਮ ਗਿਆਨ ਦੇ ਨਾਲ ਨਾਲ ਵੀਰ ਰਸ ਵੀ ਸੀ। ਕਿਉਂ ਭਾਈ ਉਦੇ ਸਿੰਘ ਨੇ
ਉਹ ਬਚਨ ਪੂਰਾ ਕੀਤਾ। 1.25 ਲੱਖ ਸੇਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਮਹਾਂਪੁਰਖ ਦੱਸਿਆ ਕਰਦੇ ਸੀ, ਕਹਿੰਦੇ ਇਕੱਲੇ ਯੋਧੇ ਨੇ ਥੋੜੇ ਸਿੰਘਾਂ ਨਾਲ 2.5 ਲੱਖ ਦੇ ਕਰੀਬ ਤੁਰ ਕੇ ਉੱਥੇ ਹੀ ਸਮਾਪਤ ਕਰ ਦਿੱਤਾ ਸੀ। ਭਾਈ ਜੀਵਨ ਸਿੰਘ ਉਹਨਾਂ ਨੇ ਸ਼ਹੀਦੀਆਂ ਪਾਈਆਂ। ਇਸ ਪ੍ਰਕਾਰ ਅੱਗੇ ਚਮਕੌਰ ਦਾ ਜੰਗ ਹੋਇਆ। ਚਮਕੌਰ ਸਾਹਿਬ ਸਾਡੇ ਪਿਆਰੇ ਭਾਈ ਦਇਆ ਸਿੰਘ ਧਰਮ ਸਿੰਘ ਹੁਣੀ ਨਾਲ ਗਏ, ਮਹਾਰਾਜ ਦੇ ਭਾਈ ਆਲਮ ਸਿੰਘ 3 ਜਾਣੇ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਉੱਥੇ ਸ਼ਹੀਦ ਹੋਏ ਸੀ। ਬੇਅੰਤ ਮਹਾਯੋਧੇ ਸੂਰਮੇ ਸ਼ਹੀਦ ਹੋਏ। ਭਾਈ ਸੰਗਤ ਸਿੰਘ ਵਰਗੇ ਜਿਨ੍ਹਾਂ ਦੀ ਸ਼ਕਲ ਮਹਾਰਾਜ ਨਾਲ ਮਿਲਦੀ ਸੀ। ਇਸੇ ਤਰ੍ਹਾਂ ਮਹਾਰਾਜ ਦੇ ਪਿਆਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਜਾ ਕੇ ਫਤਿਹਗੜ੍ਹ ਸਾਹਿਬ ਸ਼ਹੀਦ ਹੋਏ। ਤਾਂ ਉਹਨਾਂ ਦੀ ਯਾਦ ਵਿੱਚ ਅੱਜ ਸੰਗਤਾਂ ਇਕੱਤਰ ਹੋਈਆਂ। ਉਹਨਾਂ ਹੀ ਦਿਨਾਂ ਦੇ ਵਿੱਚ ਸਾਡੇ ਸਤਿਕਾਰਯੋਗ ਮਾਣਯੋਗ, ਕਿਉਂਕਿ ਮੈਂ ਤਾਂ ਨਾਲ ਰਿਹਾ, ਇਸ ਕਰਕੇ ਮੇਰੇ ਲਈ ਤਾਂ ਸਾਰਾ ਕੁਛ ਹੀ ਹੈ, ਮਾਤਾ ਪਿਤਾ ਵੀ ਹੈ। ਬਾਬਾ ਠਾਕੁਰ ਸਿੰਘ ਜੀ ਖਾਲਸਾ ਬ੍ਰਹਮ ਗਿਆਨੀ ਮਹਾਂਪੁਰਸ਼। ਵੱਖਰੀ ਗੱਲ ਹੈ ਕਿ ਕਿਸੇ ਨੂੰ ਸਮਝ ਲੱਗੀ ਨਾ ਲੱਗੀ, ਪਰ ਜਿਨ੍ਹਾਂ ਦਾ ਜੀਵਨ ਇੰਨਾ ਉੱਚਾ, ਛੋਟੀ ਜੀ ਉਮਰ ਤੋਂ ਲੈ ਕੇ ਮਹਾਂਪੁਰਖਾਂ ਨਾਲ ਜਿਨ੍ਹਾਂ ਨੇ ਬੜੀ ਸੇਵਾ ਕੀਤੀ, ਬਹੁਤ ਨੇੜਿਓਂ ਹੋ ਕੇ ਦੇਖਣ ਦਾ ਮੌਕਾ ਲੱਗਦਾ ਰਿਹਾ 10 ਸਾਲ। ਕਿਸ ਤਰ੍ਹਾਂ ਇੱਕ ਧੁਨ ਹੈ ਸਵਾਰ ਕੇ ਭਾਵੇਂ 12 ਵਜੇ ਸੌਣਾ ਪਰ 2 ਵਜੇ ਉੱਠ ਜਾਣਾ, 1:30 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਬਾਣੀ ਦਾ ਪੜ੍ਹਨਾ ਅਤੇ ਸਿੰਘਾਂ ਨੂੰ ਲੰਗਰ ਵਰਤਾਉਣਾ, ਖਾਲਸੇ ਦੀ ਸੇਵਾ ਕਰਨੀ, ਸਾਂਭ ਸੰਭਾਲ ਕਰਨੀ ਮੁੱਖ ਉਦੇਸ਼ ਰਿਹਾ ਜਿਨ੍ਹਾਂ ਦਾ। ਸੋ ਉਹਨਾਂ ਗੁਰਮੁਖਾਂ ਦੀ ਬਰਸੀ ਵੀ ਨਾਲ ਨਾਲ ਅੱਜ ਦੇ ਦਿਨ ਹੀ ਵਿਛੋੜਾ ਦੇ ਕੇ ਗਏ ਸਨ ਮਹਾਂਪੁਰਖ 2004 ਦੇ ਵਿੱਚ। ਅੱਜ ਉਹਨਾਂ ਨੂੰ ਆਪਾਂ ਸਾਰੇ ਮਿਲ ਕੇ ਯਾਦ ਕਰ ਰਹੇ ਹਾਂ। ਸੋ ਇੱਥੇ ਨਾਲ ਨਾਲ ਲੜੀਵਾਰ ਕਥਾ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਵੀ ਸਰਵਣ ਕਰਨਾ ਹੈ। ਸੋ ਜਿੰਨਾ ਕੁ ਗਿਆਨ ਸੀ ਬਾਬਾ ਜੀ ਨੂੰ 2 ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸੰਥਿਆ ਬਾਬਾ ਲਾਹੌਰਾ ਸਿੰਘ ਜੀ ਤੋਂ ਆਪ ਨੇ ਕੀਤੀ ਸੀ। ਇਸ ਗੱਲ ਦਾ ਆਮ ਲੋਕਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਸੰਥਿਆ ਵੀ ਕੀਤੀ ਸੀ, ਪਾਠ ਵੀ ਆਉਂਦਾ ਸੀ। ਗੁਰੂ ਗ੍ਰੰਥ ਸਾਹਿਬ ਦੀਆਂ 20 ਤੋਂ ਲੈ ਕੇ 25 ਤੱਕ ਕਥਾ ਉਹਨਾਂ ਨੇ ਸੰਤ ਗੁਰਬਚਨ ਸਿੰਘ ਤੋਂ ਲੈ ਕੇ ਸੁਣੀਆਂ ਸੀ। ਇੰਨੀਆਂ ਇਤਿਹਾਸ ਦੀਆਂ ਕਥਾ ਸੁਣੀਆਂ ਸੀ, ਕਦੇ ਕਥਾ ਨਹੀਂ ਸੀ ਮਿਸ ਕਰਦੇ। ਉਹ ਕਿਤੇ ਮਰਜ਼ੀ ਖੜੇ ਹੋਣ, ਕਥਾ ਵਿੱਚ ਧਿਆਨ। ਸਾਨੂੰ ਵੀ ਪਹਿਲਾਂ ਇਹ ਲੱਗਦਾ ਸੀ ਕਿ ਬਜ਼ੁਰਗ ਜੇ ਬਾਬਾ ਜੀ ਨੇ, ਅਸੀਂ ਜੋ ਨਵੇਂ ਗਏ ਜਥੇ 'ਚ, ਰਾਤ ਨੂੰ ਲੁੱਕ ਕੇ ਸਾਡਾ ਅਖੰਡ ਪਾਠ ਦੀ ਰੌਲ ਤੇ ਪਾਠ ਸੁਣਨਾ, ਕਈ ਵਾਰ ਵਿੱਚ ਹੀ ਟੋਕ ਦੇਣਾ, ਆਹ ਪਾਠ ਗਲਤ ਹੈ, ਬਾਅਦ ਸਾਨੂੰ ਘੂਰਨਾ ਚੰਗੀ ਤਰ੍ਹਾਂ। ਫਿਰ ਅਸੀਂ ਨਾਲ ਦੇ ਪੁਰਾਣੇ ਸਿੰਘਾਂ ਨੂੰ ਪੁੱਛਿਆ ਕਿ ਬਾਬਾ ਜੀ ਦੀ ਸੰਥਿਆ ਕੀਤੀ ਕਿ ਸਾਰੇ ਹੱਸਿਆ ਕਰਨ, ਕਹਿੰਦੇ ਦੇਖਣ ਨੂੰ ਲੱਗਦੇ ਨੇ, ਇਹਨਾਂ ਨੂੰ ਸਾਰਾ ਪਾਠ ਆਉਂਦਾ, ਕੱਲਾ ਕੱਲਾ ਅੱਖਰ ਸਾਨੂੰ ਦੱਸ ਦਿਆ ਕਰਦੇ ਸੀ। ਕਥਾ 'ਚ ਜੇ ਅਸੀਂ ਸਾਖੀ ਗਲਤ ਸੁਣਾ ਦਈਏ, ਕਥਾ 'ਚ ਅਰਥ ਗਲਤ ਕਰ ਦਈਏ, ਤਾਂ ਵੀ ਅੱਗੋਂ ਘੇਰ ਲੈਂਦੇ ਸੀ, ਤੈਨੂੰ ਨਹੀਂ ਆਉਂਦਾ ਅਰਥ ਇਹਦਾ, ਤੈਨੂੰ ਸਾਖੀ ਦਾ ਪਤਾ ਨਹੀਂ ਕਿੱਥੇ ਆ ਇਹ, ਤੇ ਗਲਤ ਕਿਉਂ ਸੁਣਾਈ ਤੂੰ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਇਹ ਮੈਂ ਅੱਜ ਵਿਚਾਰ ਕਰਦਾ ਸੀ ਮਨ ਦੇ ਅੰਦਰ ਕਿ ਜਿਹੜੇ ਮਹਾਂਪੁਰਖ ਕੋਲੇ ਜਾਂ ਸਧਾਰਨ ਤੌਰ ਤੇ ਜਿਹੜੇ ਬੰਦੇ ਦੇ ਕੋਲ ਆਪਾਂ ਨਾ ਰਹੇ ਹੋਈਏ, ਉਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਅਸਲ ਵਿੱਚ ਨਾਲ ਰਹਿਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ। ਜਦੋਂ ਇਨਸਾਨ ਤਰੱਕੀ ਕਰਕੇ ਬ੍ਰਹਮ ਗਿਆਨ 'ਚ ਚਲਾ ਜਾਂਦਾ ਹੈ, ਉਦੋਂ ਅਸਲ ਵਿੱਚ ਉਹ ਆਪੇ ਤੋਂ ਬਾਹਰ ਹੋ ਕੇ ਨਿਰੰਕਾਰ ਦੇ ਹੁਕਮ ਵਿੱਚ ਕਰਮ ਕਰਦਾ ਕੋਈ ਨਹੀਂ। ਤੇ ਨਿਰੰਕਾਰ ਉਹ ਤੋਂ ਕੀ ਖੇਡ ਕਰਵਾਉਂਦੇ ਨੇ ਇਹ ਪ੍ਰਮਾਤਮਾ ਜਾਣੇ, ਇਹ ਨਿਰੰਕਾਰ ਹੀ ਜਾਣਦਾ। ਕਿਉਂਕਿ ਜਦੋਂ ਅਸੀਂ ਵੀ ਮਹਾਂਪੁਰਖਾਂ ਨੂੰ ਕਹੇ ਪੁੱਛਣਾ ਵੀ ਆਹ ਤੁਸੀਂ ਕੀ ਕਰ ਰਹੇ ਹੋ, ਕਹਿੰਦੇ ਮੈਂ ਕਰ ਰਿਹਾ, ਜੋ ਕਰਾ ਰਿਹਾ ਸੋ ਕਰ ਰਿਹਾ, ਮੈਂ ਤਾਂ ਕੁਝ ਕਰ ਹੀ ਨਹੀਂ ਹੈ ਆਪਣੇ ਕੋਲੋਂ। ਇਸ ਕਰਕੇ ਜਦੋਂ ਕੋਈ ਬੰਦਾ ਬਾਹਰੋਂ ਖੜਾ ਕਹਿੰਦਾ ਜੇ ਫਲਾਨਾ ਐਂ ਕਰਦੇ ਆ, ਜੇ ਮੈਂ ਐਂ ਕਰਦੇ ਆ, ਪਰ ਜਦੋਂ ਆਪਾਂ ਕਿਸੇ ਡਿਊਟੀ ਤੇ ਹਾਜ਼ਰ ਹੋ ਜਾਂਦੇ ਆ, ਆਪਣੇ ਆਫੀਸਰ ਦੀ ਉਹ ਗੱਲ ਮੰਨਣੀ ਪੈਂਦੀ ਆਪਾਂ ਨੂੰ। ਆਪਾਂ ਆਪਣੀ ਮਰਜ਼ੀ ਨਹੀਂ ਕਰ ਸਕਦੇ।
मिलिटरी वाले ला लो, भावें पुलिस वाले ला लो, भावें कोई होर अफसर ला लो, चंगा भला थले पता भी आ बंदा ठीक है, इन्हें गलत काम नहीं किया, पर उत्तों ऑर्डर है भी नहीं, ये बंदे नूं इस पासे लाउणा ही फसाउणा। थल्ले वाले कहते भी असीं की कर सकते हैं। ये उत्तों हुक्म जिस प्रकार हुंदा ना, निरंकार दे हुक्म दी अदूली नहीं कर सकते। महाराज 10वें पातशाह भी कहते हैं जिवें मैनूं हुक्म सी मैं कीता, जिवें पंजविआं नूं हुक्म सी उन्हां शहीदी पाई, जिवें नौविआं नूं हुक्म सी उन्हां ने वो कर्म कीता। भावें वो निर्गुण तो सरगुण रूप विच तब्दील होए ने, पर सारा कुछ पहलां ही बनिया होया सी। 10वें पातशाह ने जद आप कहा सी पंजां प्यारिਆਂ नूं अमर छका के सरजीत करके, कहते मैनूं अमर छकाओ खालसा जी। पंजे जाने एक दूजे के मूँह वाल देखते, महाराज असीं इन्ने नीच जे, साडी तां कोई हिम्मत ही नहीं कि असीं तुहाडे सामने झाक जाइए, असीं अमर छकाइए तुहानूं। महाराज सच्चे पातशाह कहण लगे जदों मैं अकाल पुरख जी ने संसार के अंदर सानूं ये कारज लई भेजिआ, इंग्लिश च कहते पूरी ये प्लैनिंग बनी है उत्ते सारी जिवें बनिया ना, उदों कहते मैनूं सारा उन्होंने कहा सी भी इस तरह करना, आ बाणियां 5 बाणियां च पाउणियां ने। ये अकाल पुरख दे हुक्म दे विच वाहिगुरू जी का खालसा बनिया है, ये किसी बंदे का खालसा नहीं गा, जां ये किसी सतगुरां ने अपने नाम ते भी नहीं साजिया खालसा। ये 5 बाणियां अकाल पुरख दे हुक्म अनुसार ही बनियां ते हुक्म अनुसार ही महाराज ने पढ़ियां, हुक्म विच ही सरजीत होए ते हुक्म दे विच अमृत छक के 5 प्यारिਆਂ ने जो छकिया, महाराज ने मंगिया, कहने भाई हुक्म है सानू भी तुसी फिर 5 तो अमृत लेना, तां असीं अमृत छक रहे हैं। नाले परिवार नूं भी छकाउणा, सारे नूं परिवार नूं भी छकाया, आप भी छकिया महाराज सच्चे पातशाह ने। इस करके बेनती तां कीती है कि बहुत सारियां गल्लां दी आपां नूं समझ नहीं लगदी। ताइयों गुरु साहब ने बाणी अंदर लिखिया, ब्रह्म ज्ञानी की गत ब्रह्म ज्ञानी जानना। ब्रह्म ज्ञानी दे सामने कोई ब्रह्म ज्ञानी आ जाए, उही उहदी अंदरली अवस्था नूं जान सकदा, आपां नहीं। सो जिवें एक बार बाबा ठाकर सिंह जी नूं लैके हंसाली वाले महापुरखां नूं मिलण गए पटियाले तो, जदों जाके उत्थे बैठे पलंघ ते वो घट्टो घट्ट भी 20 फुट के फासले ते एक दूजे ते दूर बैठे आ, उन्होंने भी अखां बंद कीतियां, उन्होंने भी कीतियां, संगत आई जाती जाई जाती। जथे दे सिंह कहंदे कोई गल तां करदे नहीं, आपस च मिलण भी आए ने, कोई गल नहीं करदे। मैं कहा इंटरनल चल रहा सारा कुछ, ये आम लोगों नहीं पता हुंदा, ब्रह्म ज्ञानी की गल अंदर अंदर चलती रहिंदी। जिवें आपां गुरु ग्रंथ साहिब दे अगे खड़ के अखां बंद करके हाथ जोड़ के बोलते कुछ नहीं, खड़े हुंदे, पर आपां अंदर अंदर बोली जाने हुंदे आ, और महाराज भी अंदर अंदर सब सुन लेंदे ने। इस तरह जो ब्रह्म ज्ञान च चले जाइदा, जदों ये तो पहले ही शुरू हो जाता, असल च तां जदों आ हिरदे च जाप हुंदा ना, ये उदों ही शुरू हो जाती गल, एक दूजे नाल अंदर अंदर इंटरनल गल्लां शुरू हो जांदियां ने। ते इस करके ब्रह्म ज्ञानी की गत ब्रह्म ज्ञानी जानना। आओ सतगुरु महाराज के उपदेश नूं श्रवण करिए, नाल नाल आ लगभग सारा हफ्ता ही शहीदां दा हले होर बाकी है। और 4 तरीक नूं संत बाबा हरनाम सिंह जी रामपुर खेड़ेवाला की बरसी भी संगत थां थां मना रही है। वो भी साडे बड़े हरमन प्यारे अमृतधारी ब्रह्म ज्ञानी गुरमुख प्यारे महापुरुष। और 1 माघ तक आपां शहीदी दिवस मनाउणे सारे। 1 माघ नूं जिहड़ा भाई महा सिंह दी शहीदी 40 मुक्तियां दे समेत, इस करके माघी वाले दिन तक शहीदां नूं याद करांगे, और नाल नाल ਜਿਹੜੇ ਉਹਨਾਂ ਦੇ पाए हुए पूरनिਆਂ ते ਚੱਲੇ ने महापुरख, ਉਹਨਾਂ ਨੂੰ याद करांगे। क्योंकि सतगुरु महाराज के प्यारिਆਂ ने जो जो कर्म कीते ने, जो जो गुरां ने हुक्म कीते ने, वो सारे याद करते हुए गुरु नानक साहब के उपदेश नूं सुनना, मनना ते कमाउणा। सतगुरु महाराज बख्शिश कर रहे ने कीर्तन सोहले का 3रा शब्द। सो इहदे नाल नाल महाराज ने यह भी हुक्म किया, 10वें पातशाह ने सोठ महला 5वां गुर का शब्द रखवारे ताती वावना लगी, पाठ ब्रह्म सुनाई जय साधु गोबिंद भजन कीर्तन नानक नीत, मन में चितवों चितनी उद्यम करोड़ नीत। 4 शब्द, 5 शब्द सोहले दे 9 ते एक 10वीं अरदास। ये हुक्म सी महाराज सच्चे पातशाह जी का। आओ सतगुरु महाराज बख्शिश करते हैं, हर रोज़ आपां सोहले साहब का पाठ करते हैं। कई सज्जन रह रास तो बाद आरती भी करते होने,
ਆਰਤੀ ਅਤੇ ਸੋਹਲੇ ਦੇ ਦੋਨਾਂ ਸ਼ਬਦਾਂ ਵਿੱਚ ਘੱਟੋ ਘੱਟ 6 ਫਰਕ ਨੇ ਆਪਸ ਵਿੱਚ, ਪਰ ਉਹ ਜਾਣ ਲੈਣੇ ਬੜੇ ਜ਼ਰੂਰੀ ਹੁੰਦੇ ਨੇ ਤਾਂ ਕਿ ਬਾਣੀ ਗਲਤ ਨਾ ਪੜ੍ਹੀ ਜਾਈਏ। ਵਾਹਿਗੁਰੂ ਜੀ। ਰਾਗ ਧਨਾਸਰੀ ਮਹੱਲਾ ਪਹਿਲਾ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਲੇ ਸਾਹਿਬ ਦੇ ਵਿੱਚ ਲਿਖਿਆ ਰਾਗ ਧਨਾਸਰੀ ਮਹੱਲਾ ਪਹਿਲਾ। ਪਹਿਲਾ ਫਰਕ ਤਾਂ ਇਹੀ ਹੈ, ਜਦੋਂ ਆਪਾਂ ਨੇ ਆਰਤੀ ਦਾ ਸ਼ਬਦ ਸ਼ੁਰੂ ਕਰਨਾ ਹੈ, ਤੁਸੀਂ ਹੁਣ ਨੋਟ ਕਰਿਓ, ਕਿਤੇ ਵੀ ਰਾਗੀ ਸਿੰਘ ਕੋਈ ਪੜ੍ਹਦੇ ਹੁਣ ਆਰਤੀ, ਉਹ ਆਰਤੀ ਦੇ ਸ਼ੁਰੂ 'ਚ ਕਹਿਣਗੇ ਰਾਗ ਧਨਾਸਰੀ ਮਹੱਲਾ ਪਹਿਲਾ ਆਰਤੀ, ਜਦੋਂ ਕਿ ਉੱਥੇ ਰਾਗ ਅੱਖਰ ਹੀ ਹੈ ਨਹੀਂ, ਕਿਉਂਕਿ ਰਾਗ ਅੱਖਰ ਸਿਰਫ ਆਰਤੀ ਵਾਲੇ ਸ਼ਬਦ ਵਿੱਚ ਨਹੀਂ ਹੈ ਤੇ ਸੋਹਲੇ ਵਾਲੇ ਸ਼ਬਦ ਵਿੱਚ ਹੈ। ਇਸ ਕਰਕੇ ਜਦੋਂ ਆਪਾਂ 663 ਅੰਗ ਤੇ ਰਾਗ ਧਨਾਸਰੀ 'ਚ ਆਰਤੀ ਦਾ ਸ਼ਬਦ ਪੜਾਂਗੇ ਤਾਂ ਧਨਾਸਰੀ ਮਹੱਲਾ ਪਹਿਲਾ ਆਰਤੀ ਲਿਖਿਆ ਹੋਇਆ ਨਾਲ, ਰਾਗ ਅੱਖਰ ਨਹੀਂ। ਉੱਥੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ, ਸੋਹਲੇ ਦੇ ਵਿੱਚ ਇਹ ਅੱਖਰ ਨਹੀਂ ਹੈ। ਫਿਰ ਇਸੇ ਪ੍ਰਕਾਰ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਤੇ ਆਰਤੀ ਦੇ ਵਿੱਚ ਆਉਂਦਾ ਸਹਸ ਤਵ ਨੈਣ ਨਨ ਨੈਣ, ਜਿੱਥੇ ਦੋ ਹਾਹੇ ਨੇ ਸੋਹਲੇ ਵਿੱਚ ਹੈ, ਆਰਤੀ ਵਿੱਚ ਇਕੱਲਾ ਹੀ ਹੈ ਲਿਖਿਆ ਹੋਇਆ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਕੀਰਤਨ ਸੋਹਲੇ ਵਾਲੇ ਸ਼ਬਦ ਵਿੱਚ ਤੱਤੇ ਨੂੰ ਔਂਕੜ ਤੱਤੇ ਨੂੰ ਹੋੜਾ ਦੋਨੋਂ ਇਕੱਠੇ ਲਾਏ ਹੋਏ ਨੇ, ਪਰ ਆਰਤੀ ਦੇ ਵਿੱਚ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ, ਤੱਤੇ ਨੂੰ ਸਿਰਫ ਹੋੜਾ ਹੀ ਆ, ਔਂਕੜ ਨਹੀਂ ਹੈ। ਤੋਹੀ ਤੇ ਤੋਹੀ ਇਹ ਦੋਨੋਂ ਫਰਕ ਰੱਖੇ ਨੇ। ਤਿਸ ਦਾ ਚਾਨਣ ਸਾਹਮਣੇ ਚਾਨਣ ਹੋਏ, ਇਹ ਸੋਹਲੇ ਸਾਹਿਬ 'ਚ ਰਾਤ ਨੂੰ ਪੜ੍ਹਦੇ ਆ। ਜਦੋਂ ਆਰਤੀ ਪੜ੍ਹਨੀ ਹੈ ਤਿਸ ਦੈ ਦੀ ਜਗ੍ਹਾ ਤਿਸ ਕੈ ਚਾਨਣ ਸਾਹਮਣੇ ਚਾਨਣ, ਉੱਥੇ ਕੱਕਾ ਲਾ ਕੇ ਮਹਾਰਾਜ ਨੇ, ਕਿਉਂਕਿ ਜਦੋਂ ਕੋਈ ਵੀ ਸ਼ਬਦ ਦੁਬਾਰਾ ਲਿਖਦੇ ਨੇ ਤਾਂ ਥੋੜਾ ਜਿਹਾ ਫਰਕ ਪਾਉਂਦੇ ਨੇ। ਉਦੋਂ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਂਦਿਨੋ, ਇਹ ਜਿਹੜਾ ਇੰਨਾ ਫਰਕ ਕੀ ਹੈ। ਹਰ ਚਰਨ ਉੱਥੇ ਸੋਹਲੇ ਵਿੱਚ ਪੜਾਂਗੇ ਕਮਲ ਵਾਵੇ ਨਾਲ, ਕੱਕਾ ਵਾਵਾ ਲੱਲਾ ਕਵਲ। ਆਰਤੀ ਵਿੱਚ ਪੜਾਂਗੇ ਹਰ ਚਰਨ ਕਮਲ, ਮੰਮੇ ਨਾਲ ਕਮਲ ਲਿਖਿਆ ਹੋਇਆ। ਮਕਰੰਦ ਲੋਭਿਤ ਮਨੋ ਆਂਦਿਨੋ, ਆਂਦਿਨੋ ਦੇ ਨੰਨੇ ਨੂੰ ਹੋੜਾ ਲੱਗਿਆ ਧਨਾਸਰੀ ਰਾਗ ਦੇ ਵਿੱਚ ਆਰਤੀ ਵਾਲੇ ਸ਼ਬਦ ਵਿੱਚ, ਅਤੇ ਸੋਹਲੇ ਵਾਲੇ ਸ਼ਬਦ ਵਿੱਚ ਨੰਨੇ ਨੂੰ ਹੋੜਾ ਤੇ ਔਂਕੜ ਹੈ। ਇਹ ਰਲਮੀ ਜੀ ਆਵਾਜ਼ 'ਚ ਬੋਲਦਾ, ਹੋਏ ਜਾ ਤੇ ਤੇਰਾ ਨਾਏ ਬਾਸਾ। ਇਹ ਸੋਹਲਾ ਸਾਹਿਬ ਚਾਹੁੰਦਾ ਹੋਏ ਜਾ ਤੇ ਤੇਰਾ ਨਾਏ ਵਾਸਾ, ਆਰਤੀ ਚਾਹੁੰਦਾ ਹੋਏ ਜਾ ਤੇ ਤੇਰਾ ਨਾਮ ਵਾਸਾ। ਇੱਥੇ ਸੋਹਲੇ 'ਚ ਨਾਏ ਪਾਠ ਹੈ, ਆਰਤੀ 'ਚ ਨਾਮ ਵਾਸਾ ਲਿਖਿਆ। ਇਸ ਪ੍ਰਕਾਰ ਇਹ ਸਾਰੇ ਜਿਹੜੇ ਨੇ ਨਾ ਫਰਕ, ਇਹਨਾਂ ਨੂੰ ਧਿਆਨ ਦੇ ਨਾਲ ਹਮੇਸ਼ਾ ਦੇਖਣਾ। ਇਹ ਘੱਟੋ ਘੱਟ 7 ਆਪਸ ਵਿੱਚ ਫਰਕ ਨੇ ਸ਼ਬਦ ਵਿੱਚ, ਜਿਹੜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਧਰ ਨਹੀਂ ਲਿਖਿਆ ਹੋਇਆ। ਸੋ ਇਸ ਤਰ੍ਹਾਂ ਇਹ ਸ਼ਬਦ ਜਿੱਥੇ ਉਚਾਰਨ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿਚਰਦੇ, ਸੋ ਇਹ ਉੜੀਸਾ ਦੇ ਵਿੱਚ ਪੈਂਦਾ ਜਗਨਨਾਥ ਜੋ ਸਥਾਨ ਹੈ। ਲੋਕੀ ਕਹਿੰਦੇ ਮਹਾਰਾਜ ਜਗਨਨਾਥਪੁਰੀ ਗਏ, ਅਸਲ ਵਿੱਚ ਸਤਿਗੁਰੂ ਮਹਾਰਾਜ ਨੂੰ ਤਾਂ ਸਾਰੇ ਬੇਨਤੀਆਂ ਕਰਕੇ ਆਪ ਹੀ ਲੈ ਕੇ ਜਾਂਦੇ। ਜਗਨਨਾਥ ਨੇ ਹੀ ਬੇਨਤੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਲਯੁਗ ਵਰਤਿਆ ਪਿਆ, ਲੋਕੀ ਮਰਿਆਦਾ ਭੁੱਲ ਚੁੱਕੇ ਨੇ, ਇਹ ਕਿਸੇ ਦੀ ਨਹੀਂ ਸੁਣਦੇ। ਜੇ ਤੁਸੀਂ ਆਪ ਆ ਕੇ ਦੱਸੋ ਇਹਨਾਂ ਨੂੰ ਕਿ ਪ੍ਰਮਾਤਮਾ ਦੀ ਭਗਤੀ ਕੀ ਹੈ, ਅਸਲ ਆਰਤੀ ਕੀ ਹੈ, ਇਹ ਤਾਂ ਬਸ ਮੇਰੇ ਮੂਹਰੇ ਦੀਵੇ ਜਗਾ ਕੇ ਤੇ ਭੋਗ ਜਿਹਾ ਲਾ ਕੇ ਤੁਰ ਜਾਂਦੇ, ਬਸ ਵੀ ਆਰਤੀ ਕਰੇ ਆਏ ਸੀ। ਤੇ ਜਿਹੜੀ ਆਰਤੀ ਅਸਲ ਵਿੱਚ ਕਰਨੀ ਸੀ ਪ੍ਰਮਾਤਮਾ ਦੀ, ਜਿਹੜਾ ਨਾਮ ਜਪਣਾ ਸੀ, ਪੂਜਾ ਕੀਚਾ ਨਾਮ ਧਿਆਈ ਹੈ, ਉਹ ਇਹਨਾਂ ਨੇ ਛੱਡ ਦਿੱਤਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦ ਜਗਨਨਾਥਪੁਰੀ ਵਿੱਚ ਪਹੁੰਚੇ ਤਾਂ ਗੁਰੂ ਸਾਹਿਬ ਮਹਾਰਾਜ ਨੇ ਜਗਨਨਾਥ ਮੰਦਿਰ ਦੇ ਸਾਹਮਣੇ ਜੋ ਮੰਗੂ ਮੱਠ ਹੈ ਨਾ, ਉਸ ਥਾਂ ਦੇ ਜਾ ਕੇ ਠਹਿਰੇ ਸਨ ਮਹਾਰਾਜ। ਚਲੋ ਕੁਦਰਤੀ ਗੱਲ ਹੁੰਦੀ, ਲੰਘੇ ਜ਼ਰੂਰ, ਦਰਸ਼ਨ ਨਹੀਂ ਕੀਤੇ, ਪਰ ਇੰਨਾ ਕੁ ਪਤਾ ਸਮੁੰਦਰ ਦੇ ਕਿਨਾਰੇ ਤੇ ਇਹ ਹੈਗਾ। ਲੰਘੇ ਸੀਗੇ ਉੱਥੋਂ, ਪਰ ਸਮਾਂ ਨਹੀਂ ਸੀ ਕੋਲ। ਉਹ ਸੜਕ ਤੋਂ ਸਿਰਫ ਸਿੰਘਾਂ ਨੇ ਦਿਖਾਇਆ ਸੀ ਕਿ ਇੱਧਰਲੇ ਪਾਸੇ ਜਗਨਨਾਥ ਦਾ ਮੰਦਿਰ ਹੈ। ਜਾਂ ਉੜੀਸਾ ਦੇ ਵਿੱਚ ਵੀ ਉਸ ਥਾਂ ਕਟਕ ਵਾਲੇ ਪਾਸੇ ਦੇਖਿਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਦਾਤਣ ਗੱਡੀ ਸੀ ਦਰਿਆ ਦੇ ਕਿਨਾਰੇ ਤੇ। ਦਰਿਆ ਨੂੰ ਹੁਕਮ ਕੀਤਾ ਸੀ, ਭਾਈ ਅੱਗੇ ਤੋਂ ਆਹ ਸ਼ਹਿਰ ਨਹੀਂ ਡੋਬਣਾ, ਤੂੰ ਆਹ ਦਾਤਣ ਗੱਡਤੀ ਲੈ, ਇੱਥੋਂ ਅੱਗੇ ਨਹੀਂ ਆਉਣਾ। ਹੁਣ ਤੱਕ ਉਹ ਨਿੰਮ ਦਾ ਦਰਖਤ ਉੱਥੇ ਖੜਾ, ਸ਼ਹਿਰ ਨੂੰ ਹੁਣ
वो दरिया नहीं डुबाउंदा। सो उत्थे बैठिया ही जो पांडियां दे पखंड नूं देखदे रहे, महाराज सच्चे पातशाह ने विचारिया भी इन्हां दा पखंड दूर करना चाहिए, क्योंकि सतगुरु जी कलयुग के अवतार ने। पहलियां युगां 'च जिहड़े अवतार आउंदे सी वो अपना अपना काम करके चले जाते सी। कलयुग दे विच सारी दुनिया के अवतार गुरु नानक साहब आए ने। सतगुरु मंदिरां 'च भी गए ने, सतगुरु जी मसीतां विच भी गए ने, सतगुरु जी सो होर शहरां विच जिथे पखंड ज़्यादा चल रहा सी, किहड़े किहड़े थां दसीए जिथे गए महाराज। तिब्बत विच भी गए गुरु नानक देव जी, होर थावां ते भी गए। बहुत दुनिया का सुधार, कुल दुनिया का ही, कला ये नहीं कि गुरसिखां नूं ही महाराज ने बख्शिश की है। बड़े बड़े पीरां नूं, बड़े बड़े होर लोकां नूं सुधारिया, पखंड तो बचाया महाराज ने। महाराज ने विचार की कि इन्हां दा जिहड़ा पखंड है आपां नूं दूर करना चाहिए। पर ये सानूं आपे बुलाउण तां ठीक है, कोई अयोग रीति करांगे तां सानूं बुलाउणगे नहीं। फिर ये गल्लां विचारदे ही सी कि इन्ने नूं संध्या पै गई, सारे पांडे इकट्ठे होकर दाल सो जिहड़ा सी अपना थाल उहदे विच दीवे बाल करके लिया करके ना धूप दिखा के आरती करन लग पे। उस समय गुरु साहब जी खड़े ना होए, बस सतगुरु इउं दूजे नूं खिच्चण दे मारे कोई ना कोई कौतक करदे सी। क्या सतगुरु महाराज खड़े ना होए उस थां दे उत्ते, हुण ये बड़ी अज इत्थे आपां अरदास विच खड़े हो जाइए कि एक जना खड़ा ना होवे, आपां खिज खिज पैंदे खड़ा क्यों नहीं होया। फिर वो केंद्र बन जांदा सारिआं दा भी ये बंदा नहीं खड़ा होया। जिवें उरे कोई नंगे सिर आ जाए आपां दुर दुर करांगे, उस वक्त वो केंद्र बन जाए अपना, क्यों नंगे सिर आया फलाना ढिमका। वो भी अगों कहना कित्थे लिखिया गुरु ग्रंथ साहिब सिर ढक के आउणा, ते खासा रौला पैंदा। फिर आपां भी सोचदे भी सानूं पंक्तियां दा तां पता ही नहीं, इहने गां प्रश्न तां करता। पंक्ति तो तां पता जे सहज पाठ कीता होवे, सहज पाठ नहीं कीता, रहतनामे नहीं पढ़े, होर कुछ नहीं पढ़िया, फिर आपां नूं भी सोचना पैंदा भी ये बंदे ने जवाब देना तां आया ही नहीं सानूं। साबत सूरत दस्तार सिरा वो कहना सी उहनूं। इस करके फिर जिस समय पंडे आरती कर चुके तो महाराज सच्चे पातशाह नूं बैठिआं देखिआ आके कहंदे तुहाडा लिबास साधुआं वाला दिखदा, पर कर्म तुहाडे साधुआं वाले नहीं। जिहड़ी गल महाराज ने उन्हां नूं कहणी उन्हां ने महाराज नूं ही कहती। महाराज सच्चे पातशाह नूं कहण लगे तुहाडा कर्म तां साधुआं वाला नहीं है, कपड़े तां बड़े तुसीं साधुआं वाले पाए होए ने, क्योंकि असीं खड़ के आरती कीती, तुसीं खड़े ही नहीं होए। तुहानूं चाहीदा असीं खड़े हुंदे, जगन्नाथ जी दा सत्कार करदे। ये गल सुण के महाराज कहण लगे जिवें तुसीं शाम वेले आरती कीती है, असीं भी अपने परमात्मा अगे आरती कीती। कहंदे तुसीं कदों कीती है? थोड़े च कोई थाल नहीं, कोई दीवा नहीं, कोई बत्ती नहीं बाली। सुन कर जग गुर बचन बखाने। जगत गुरु गुरु नानक साहब ने सुन के बचन कहे इस तरह, सदा आरती हम पहचाने। महाराज कहने असीं तां सदा ही आरती जानदे, आरती तो सदा ही हो रही परमात्मा की, क्योंकि उन्होंने उस वहम भरम चों कढ़ना सी कि दीवियां नाल कल्ली आरती नहीं हुंदी। क्योंकि दीवियां नाल कल्ली आरती हुंदी जे दीवे बाल के आरती हो के भजन पाठ बंदगी ना करे फिर ये पखंड हो जाता है। इस करके सतगुरु महाराज ने कहा संसार भर च परमेश्वर की आरती सदा ही हो रही है। सर्ब श्रोमण जस प्रभ उच्चे करह आरती तस मन सूचे। फिर पंडिया ने कहा जिहड़ी आरती तुसीं कीती है वो किहड़ी है? थाल किहड़ा तुहाडे कोल, दीवे किहड़े है, धूप किहड़ी बाली है, चंदन कित्थे तुहाडे कोले, काफी घेरा जा पाया। महाराज कहते बह जाओ फिर सुनो प्यार नाल कि परमेश्वर की आरती किवें हुंदी है। गगन मै थाल रब चंद दीपक बने। मैं पाठ करना, ये पाठ कित्थों बनिया? मम्मा ते यईया। माया दा अर्थ हुंदा स्वरूप, गगन रूपी थाल। जे आपां इह ते बिंदी ला दईए गगन मैं थाल, फिर तो होगा मैं अखर, इत्थे हैगा मैं। गगन मैं थाल रब चंद दीपक बने, भाव आकाशमई आकाश रूप थाल बन गया। रब सूरज चंद चंद्रमा रूप दो दीवे बने हुए ने, बने हुए कि नहीं? तारिका मंडल जनक मोती। तारियां दा जो मंडल है ना, सारा जिन्ने तारे दिखते ने ये मेरे थाल दे विच मोती जड़े हुए ने। तारियां दा जो मंडल है मोती जानो, तो ये पिता परमेश्वर दे मोती ने। इस करके
मेरे को गगन का बड़ा सारा थाल, 2 दीवे विच मोती ये जड़े हुए ने। धूप मालियान लो पवन चवरो करे। कहने जिहड़ी सारे पासे अग्नि हुंदी है, मलियाल लो जिहड़ा मलियागर चंदन जिहड़ा है, ये चंदन छिड़किया। ये किवें छिड़किया जी? कहंदे महाराज कहने जिन्हां दिनां दे विच जेठ हाड़ दे महीने च चंदन दे दरख्त ने जिथे जंगलां दे विच जदों हनेरी चलदी है, बांसां दी रगड़ नाल उत्थे अग लग जांदी है। जदों अग लग जाती है उस वक्त चारे पासे दा धुआं फैलदा, चंदन के बूटियां नूं अग लगन करके ओहदी खुशबू जिहड़ी है हज़ारां मीलां तक जाती है। जिधर नूं खुशबू चली गई खुशबू ही खुशबू कर दिंदी है। इस करके है कि धूप मालियान लो पवन चवरो करे। जिहड़ी फिर हवा चलती है, जदों हवा तेज चलती है सारे दरख्त चौर वांगू झूलते हैं ना। कहने यही परमात्मा नूं चौर हो रहा हर वक्त। कहते फिर फुल कित्थे ने तुहाडे कोले? सगल बन राए फूलंत ज्योति। जिवें फाफे नूं औंकड़ होवे तां फुलंत ज्योति। फुलंत ते फूलंत विच फर्क है। फुलंत हुंदा फुलना ते फूलंत हुंदा फुल। क्यों जे दलैंकड़े लगे तां दलैंकड़े। जिवें पहलां भी दस्सिया सी राग गुजरी नहीं कहना, गूजरी दलैंकड़े ला के इस तरह पाठ नूं शुद्ध बनाउणा। सो सारी जो बनराए बनस्पति है ज्योति जो भाव परमात्मा उपर फुल चढ़ रहे ने। ज्योति भाव परमात्मा, ज्योति स्वरूप सगल बनराए फूलंत ज्योति। भार 18 मालन तेरी चौर ढुलै पवन लै फेरी। चंद सूरज दो दीपक राखे सस कर सूर समाएंदा। कैसी आरती होए भव खंडना तेरी आरती। ये भव खंडना भव भाव हुंदा जिहड़ा जन्म ते मरण, खंडना हुंदा कटना। जन्म मरण दे अभाव करन वाले हे परमात्मा हे वाहिगुरू, अजिही आरती तो बिना होर आप जी की आरती किवें हो सकती है? इन्नी सोहनी तां आरती हो रही है। पांडिया ने कहा, कहने चलो ये तो मानते हैं, थोड़े को भेरियां कित्थे ने जिहड़ियां बजाउंदे हुंदे साज जिहा? साडे तां भेरियां बजाउंदे, आप जी किहड़ी भेरी बजाउंदे हो? भेरियां हुंदियां ने साज, जिवें हरमंदर साहब या महाराज स्वरूप लैके जाते उत्थे उस वक्त अगे साज बजदा। तो इस तरीके नाल धौंसे है, नगारे है, ढोलकियां, चिमटे है, छैणे आ। तुहाडे किहड़ा फिर भेरियां किहड़ियां तुहाडे कोले? शहनाइयां वांगू हुंदियां भेरियां। महाराज सच्चे पातशाह कहण लगे अनहता शब्द वाज अंत भेरी रहाओ। कहने अनहता हुंदा एक रस जिहड़ा शब्द है ना, जिहड़ी चारे पासे धुनी हो रही पाठ दी, कहते परमात्मा दे नाम दी, वेद पाठ दी। जिवें तुसीं वेदां दे पाठ तां करदे ही नहीं, कहते वेद पाठ दी धुनी उदों हले गुरबाणी दी रचना होई नहीं सी ना। इस करके उन्हां दे ढंग नाल उन्हां नूं समझाउणा पिया। और साडे लई की कहंदे ने, जिहड़ी शब्द तो भाव जिहड़ी गुरबाणी दी धुनी है, एक रस जिहड़ी कीर्तन दी धुनी चल रही है, कथा दी धुनी चल रही है, गुरबाणी दा पाठ हो रहा है, यही साडे मत विच भेरी वज रही है। हर वक्त परमात्मा दे नाम दी भेरी वजदी है। भेरी असल विच अनहता शब्द जिहड़े अंदर चलते ने, एक रस जो दसम द्वार दे शब्द ने, यह भी भेरी वजदी है। तो ये चीज़ां ज़्यादातर अभ्यासियों नूं इन्हां दा ज्ञान हुंदा, आम संगत विच इन्हां चीज़ां नूं सुणाउण दा इन्ना नहीं हुंदा, क्योंकि आम तां फिर इहनूं होर ही पासे लै तुरदे ने। इस करके एक रस जो जीवां दा छोटा वड्डा शब्द हो रहा ना, यही भेरी वज रही। किते चिड़ी बोलदी, किते कां बोलदा, किते बंदे बोलदे आ, किते हवा दी सां सां, किते अग दी भड़पड़ हो रही, किते पानी दी कलकल हो रही। कहंदे शब्द ही तां हो रहा हर वक्त। कहंदे तुसीं तां अद्धा घंटा आरती कीती ते अद्धे घंटे बाद बस समाप्ति हो गई थोड़ी। तां कहंदे देखो रब दी आरती किड्डी वड्डी 24 घंटे हुंदी रहिंदी आ। कहने लगे आरती तो पिछों असीं स्तोत्र पढ़ते, आप किहड़ा स्तोत्र पढ़ते हो? उस वक्त महाराज सच्चे पातशाह कहने लगे सहस तव नैन, सस्सा हाहा सस्सा मुक्ता ही होण करके सहस, जे आपां कहिए सहस फिर सियारी लगदी, इस करके सहस तव नैन। हे परमात्मा सरगुण मूर्ति करके आप जी दे हज़ारां ही नेत्र ने सरगुण रूप विच। जिवें आ जिन्नियां अखां ने अपने लगियां, महाराज कहने अखां अपनियां थोड़ी है, ये तो उहदियां ही ने।
ये नेत्रो मेरो हर तुम मैं जोत धरी, हर बिंदावर ना देखो कोई, हर बिंदावर ना देखो कोई, नदरी हर निहालिया। अपनी अखां विच जिहड़ी पिछे जोत है वो जोत करके ही अखां राही देखदे आ। दिल की धड़कन भी एक जोत उत्थे भी रखी हुई है, उहदे करके वो दिल की धड़कन चलती रहिंदी है। ये सारियां अध्यात्मक साइंस दीयां गल्लां ने। एक सधारण साइंस हुंदी है, उस डॉक्टर तां कहणगे अंदर तां मैं ऑपरेशन कई बार कीता, इत्थे जोत तां है नहीं कोई। वो जोत नज़र नहीं आउंदी जिस जोत नाल शरीर की सारी क्रिया चलदी होण लगे होए लभण। की लभण लगे ने साइंसदान हुण? कहने जद शरीर जिउंदा बंदे दा, बंदा जिउंदा हुंदा उदों रंग लाल हुंदा, चंगा भला शरीर एक्टिव हुंदा, खिड़िया हुंदा। किहड़ी चीज़ है शरीर नूं जिहड़ा ऐ रंग लाल रखदी बंदे दा, बंदा बोलदा देखदा, ते किहड़ी चीज़ निकल जाण कारण शरीर काला पीला हो जांदा, वो लभदे फिरदे आ। पर यह उही जोत है परमात्मा की, सारे शरीर विच, तारियां विच, चंद्रमा विच, सूरज विच, साडे विच, दरख्तां विच, पशुआं विच, पंछियां विच भगत नामदेव ने देखी। यही जोत भाई कन्हैया जी ने देखी। इस तरह सारिਆਂ ਦੇ अंदर इक्को ही जोत देखनी। गुरसिखां दा कर्म जिहड़े उच्चे वड्डे ब्रह्म ज्ञानी होए ने हुण तक सारे पंथ दे अंदर जितने महापुरख होए ने, ये जिवें संत बाबा सुंदर सिंह जी खालसा कोल ਸਿੰਘਾਂ ने बेनती कीती सी, कहते तुसीं मैनूं प्यार करदे हो, कहना मैनूं करदे हो, कहना मैनूं करदे। ते कहते महाराज तुसीं किहनूं ज़्यादा प्यार करदे हो? महापुरुष हੱਸ के कहंदे जोत नूं प्यार करदा। कहने महाराज जी जोत कित्थे? कहंदे तुहाडे सारिਆਂ 'ਚ जोत नूं प्यार करदे हां असीं। असीं ये नहीं देखदे कि कौन है, कोई भी आ जाए रब दे प्यारिਆਂ कोल, उन्हां नहीं देखना कौन है, वो सिर्फ एक जोत देखते ने और जोत नूं प्यार करते ने ते जीव नूं समझाउंदे ने कि तू भाई वो जोत दा ध्यान कर, परमात्मा जोत तेरे अंदर है,